ਕੌਮ ਦੇ ਮਹਾਨ ਸ਼ਹੀਦਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਦੇ ਨਾਲ ਨਵਾਜੀ ਪਾਵਨ ਧਰਤੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ, ਜਿਸ ਪਾਵਨ ਧਰਤੀ ਨੂੰ ਆਪ ਜੀ ਦੂਰੋਂ ਨੇੜੋਂ ਚੱਲ ਕੇ ਨਤਮਸਤਕ ਹੋਣ ਦੇ ਲਈ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਅੰਦਰ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਹੋ। ਧੰਨਤਾ ਦੇ ਯੋਗੋਂ ਸਤਿਗੁਰਾਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਇਸ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ, ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਚਰਨਾਂ ਦੇ ਵਿੱਚੋਂ ਆਪਾਂ ਸਾਰਿਆਂ ਨੇ ਹੀ ਲਾਹਾ ਲੈਣ ਦਾ ਯਤਨ ਕਰਨਾ ਹੈ। ਆਪ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਰੱਬੀ ਗੁਰਬਾਣੀ ਦੇ ਨਿਤਨੇਮ ਸੁਖਮਨੀ ਸਾਹਿਬ ਔਰ ਮੇਰੇ ਤੋਂ ਪਹਿਲਾਂ ਰਾਗੀ ਸਾਹਿਬਾਨਾਂ ਦੇ ਪਾਸੋਂ ਰੱਬੀ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ। ਆਓ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ, ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ, ਸੁਨ ਹਰ ਕਥਾ ਉਤਾਰੀ ਮੈਲ। ਜਦ ਪਾਤਸ਼ਾਹ ਦੇ ਬਚਨ ਆਉਂਦੇ ਨੇ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਸਮ ਬਾਣੀ ਅੰਦਰ ਜ਼ਿਕਰ ਕਰਦੇ ਨੇ, ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਸਾਰਿਆਂ ਨੇ ਜੁੜਨ ਦਾ ਯਤਨ ਕਰਨਾ ਹੈ। ਜੋ ਮੇਰੇ ਪਾਤਸ਼ਾਹ ਨੇ ਆਪਾਂ ਸਾਰਿਆਂ ਨੂੰ, ਸਮੁੱਚੀ ਮਨੁੱਖਤਾ ਨੂੰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਔਰ ਕੰਨਾਂ ਦੁਆਰਾ ਸਰਵਣ ਕਰਕੇ ਆਪਣੇ ਹਿਰਦੇ ਵਿੱਚ ਆਪਾਂ ਸਾਰੇ ਧਾਰਨ ਦਾ ਯਤਨ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਵੀ ਆਪ ਗੁਰੂ ਚਰਨਾਂ ਦੇ ਵਿੱਚ ਉਪਸਥਿਤ ਹੋ, ਅਦਬ ਸਹਿਤ ਰਸਨਾ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕ ਮਨ, ਇੱਕ ਚਿੱਤ, ਇੱਕ ਸੁਰ ਹੋ ਕੇ ਅਸੀਸਾਂ ਬਖਸ਼ਦੇ ਹੋਏ ਪਿਆਰ ਨਾਲ ਗੱਜ ਕੇ ਆਖੋ ਜੀ ਸਤਨਾਮ। ਇੱਕ ਵਾਰ ਫਿਰ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹਲਾ ਪੰਜਵਾ। ਸਾਰੰਗ ਰੰਗ ਦੇ ਅੰਦਰ ਮਹੱਲੇ ਦਾ ਅਰਥ ਹੁੰਦਾ ਜੀ ਸਰੂਪ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ
ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਰੱਬੀ ਬੋਲਾਂ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਨ ਲੱਗੇ ਨੇ। ਸਰਵਣ ਕਰੀਏ ਜੀ। ਰਮਣ ਕਾ ਰਾਮ ਕੀ ਗੁਣ ਬਾਦ। ਇੱਥੇ ਹੁਣ ਦੋ ਸ਼ਬਦ ਆਏ ਨੇ। ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਜੀ ਰਮਣ। ਰਮਣ ਦੇ ਅਰਥ ਕਈ ਬਣ ਜਾਂਦੇ ਨੇ, ਪਰ ਇੱਥੇ ਸ਼ਬਦ ਦੇ ਸਿਧਾਂਤ ਦੁਆਰਾ ਜਿਹੜਾ ਇੱਥੇ ਰਮਣ ਦਾ ਅਰਥ ਬਣਦਾ ਜੀ ਉਹ ਹੈ ਵਿਚਰਨ, ਤੇ ਦੂਸਰਾ ਹੈ ਜੀ ਗੁਣਬਾਦ। ਗੁਣਬਾਦ ਕਹਿੰਦੇ ਨੇ ਗੁਣਾਂ ਨੂੰ ਉਚਾਰਨ ਕਰਨਾ। ਮੇਰੇ ਸਾਹਿਬ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਮਾਇਆ ਦੇ ਮੋਹ ਤੋਂ ਬਚਣ ਦੇ ਵਾਸਤੇ ਇੱਕੋ ਇੱਕ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ, ਜਿਹਦੇ ਸਿਮਰਨ ਦੁਆਰਾ ਹੀ ਇਸ ਮਾਇਆ ਤੋਂ ਬਚਿਆ ਜਾ ਸਕਦਾ ਹੈ। ਦੇਖੋ ਇਸ ਸਾਰੰਗ ਰਾਗ ਦਾ ਅੱਜ ਆਪਾਂ ਤਕਰੀਬਨ ਤੀਜਾ ਚੌਥਾ ਸ਼ਬਦ ਵਿਚਾਰਨ ਲੱਗੇ ਆ, ਔਰ ਜਿਸ ਦਿਨ ਤੋਂ ਬਾਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਆ, ਇਹਨਾਂ ਸ਼ਬਦਾਂ ਦੇ ਵਿੱਚ ਪਹਿਲੇ ਸ਼ਬਦਾਂ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਸਮਝਾਇਆ ਕਿ ਪ੍ਰਮਾਤਮਾ ਦਾ ਸਿਮਰਨ ਕਰ, ਜਮਾ ਤੇ ਮਾਰ ਤੋਂ ਬਚ ਜਾਏਗਾ। ਜਾਂ ਮਾਇਆ ਦੇ ਮੋਹ ਤੋਂ ਬਚਣ ਦੇ ਵਾਸਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਨਾ, ਜਿਹਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਿਮਰਤ ਏਕ ਅਚੂਤਾ ਵਿਨਾਸ਼ੀ ਬਿਨਸੇ ਮਾਇਆ ਮਾਦ। ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਮਾਇਆ ਦੇ ਹੰਕਾਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਰਮਾਤਮਾ ਦੇ ਸਿਮਰਨ ਕਰਕੇ ਹੀ ਬਚਿਆ ਜਾ ਸਕਦਾ ਹੈ। ਇੱਥੇ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਐ ਗੁਰਮੁਖ ਜਨੋ, ਸੰਤ ਜਨੋ, ਰੱਬ ਦੇ ਪਿਆਰਿਓ, ਗੁਰਸਿੱਖੋ, ਤੇ ਜਾਂ ਆਪਾਂ ਇਹ ਸ਼ਬਦ ਵਰਤ ਲਈਏ ਕਿ ਇੱਥੇ ਇਕੱਲਾ ਕੋਈ ਇੱਕ ਸਿੱਖ ਦੇ ਲਈ ਨਹੀਂ ਇਹ ਸ਼ਬਦ, ਇਹ ਸਮੁੱਚੀ ਮਾਨਵਤਾ ਦੇ ਵਾਸਤੇ, ਸਮੁੱਚੀ ਮਨੁੱਖਤਾ ਨੂੰ ਹੀ ਸਮਝਾਇਆ ਗਿਆ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਆ ਨਾ, ਸਤਿਗੁਰੂ ਜੀ ਕਹਿ ਰਹੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਇੱਥੇ ਤਾਂ ਜਿਹੜਾ ਉਪਦੇਸ਼ ਆ ਉਹ ਚਾਰੇ ਵਰਨਾਂ ਨੂੰ ਸਾਂਝਾ ਹੈ ਜੀ। ਗੁਰਬਾਣੀ ਨੂੰ ਕੋਈ ਵੀ ਪੜ੍ਹ ਲਵੇ, ਗੁਰਬਾਣੀ ਦਾ ਸਿਧਾਂਤ ਹੈ, ਭਾਵੇਂ ਇਹਨੂੰ ਕੋਈ ਜੈਨੀ ਪੜ੍ਹੇ, ਬੋਧੀ ਪੜ੍ਹੇ, ਸਿੱਖ ਪੜ੍ਹੇ, ਈਸਾਈ, ਹਿੰਦੂ, ਮੁਸਲਮਾਨ, ਕੋਈ ਵੀ ਪੜ੍ਹ ਲਵੇ, ਤੇ ਜਿਹੜਾ ਗੁਰਬਾਣੀ ਨੂੰ ਪੜ੍ਹੇਗਾ, ਗੁਰਬਾਣੀ ਨੂੰ ਵਿਚਾਰੇਗਾ ਔਰ ਗੁਰੂ ਸਾਹਿਬ ਦੇ ਕਹੇ ਹੋਏ ਤੇ ਚੱਲੇਗਾ, ਜਿਹਨੂੰ ਸਤਿਗੁਰੂ ਕਹਿੰਦੇ ਨੇ ਗੁਰ ਕੈ ਆਸਾ ਕਾਰ ਕਮਾਵੋ। ਜੋ ਕੁਝ ਤੇਰੇ ਗੁਰੂ ਨੇ ਕਿਹਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹਨੇ ਵੀ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਵਿਚਾਰਿਆ, ਤੇ ਜਿਸ ਦੇਸ਼ ਦੇ ਵਿੱਚੋਂ ਰੱਬੀ ਗੁਰਬਾਣੀ ਆਈ ਹੈ ਨਾ, ਆਤਮਾ ਨੂੰ ਉਸ ਦੇਸ਼ ਦੇ ਵਿੱਚ ਲੈ ਜਾਏਗੀ। ਤੇ ਗੁਰਬਾਣੀ ਆਈ ਹੈ ਜੀ ਸੱਚਖੰਡ ਦੇ ਵਿੱਚੋਂ। ਪਾਤਸ਼ਾਹ ਇੱਥੇ ਕਹਿ ਰਹੇ ਨੇ, ਰਮਣ ਕੋ ਰਾਮ ਕੇ ਗੁਣਬਾਦ। ਸਿਮਰਨ ਕਰਨਾ ਤਾਂ ਕੇਵਲ ਸਭ ਦੇ ਵਿੱਚ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਹੈ ਨਾ, ਤੇ ਉਹਦੇ ਗੁਣਾਂ ਦਾ ਸਿਮਰਨ ਕਰੋ, ਪਰਮਾਤਮਾ ਦੇ ਗੁਣਾਂ ਦਾ।
ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ, ਉਹਦੀ ਬੰਦਗੀ ਕਰਨੀ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਆਪ ਜੀ ਦੇ ਨਾਲ ਬੇਨਤੀ ਸਾਂਝੀ ਕੀਤੀ ਸੀ, ਇਨਸਾਨ ਦਾ ਸਿਮਰਨ ਹਰ ਸਮੇਂ ਚੱਲਦਾ ਰਹਿੰਦਾ ਹੈ। ਕਿਸੇ ਦਾ ਸਿਮਰਨ ਚੱਲਦਾ ਜੀ ਪੁੱਤਰਾਂ ਦੇ ਵਾਸਤੇ, ਕਿਸੇ ਦਾ ਆਪਦੇ ਪਰਿਵਾਰ ਦੇ ਲਈ, ਕਿਸੇ ਦਾ ਸਿਮਰਨ ਚੱਲਦਾ ਹੈ ਧਨ ਪਦਾਰਥ ਦੇ ਵਾਸਤੇ ਵੀ। ਮੈਂ ਇਹਨੂੰ ਇਕੱਠਾ ਉਸ ਹਰ ਸਮੇਂ ਉਹ ਸਿਮਰੀ ਜਾਂਦਾ ਰਹਿੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਧਨ ਨੇ, ਉਹ ਗੁਰਮੁਖ ਜਨ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਸਮੇਂ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਬੜੀ ਹੈ। ਜਿਹੜੇ ਉਸ ਪ੍ਰਮਾਤਮਾ ਨੂੰ ਸਿਮਰਦੇ ਨੇ, ਉਹਦੀ ਕੀਰਤੀ ਕਰਦੇ, ਉਹ ਵਿਰਲੇ ਨੇ ਜੀ। ਕੋਟਨ ਮੈਂ ਕਹੂੰ ਭਜਨ ਰਾਮ ਕੋ ਪਾਵੇ, ਕੋਈ ਵਿਰਲਾ ਕਰੋੜਾਂ ਦੇ ਵਿੱਚੋਂ। ਹੁਣ ਉਸ ਪਰਮਾਤਮਾ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਉਹਦੇ ਗੁਣਾਂ ਨੂੰ ਵਿਚਾਰਨਾ, ਉਹਦੇ ਗੁਣਾਂ ਨੂੰ ਸਿਮਰਨਾ। ਸੱਚੇ ਪਾਤਸ਼ਾਹ ਦੇਖੋ ਉਹਦੇ ਗੁਣ ਜਦੋਂ ਸਿਮਰਨੇ ਨੇ, ਆ ਫੁੱਲ ਦੇਖਦੇ ਆ ਨਾ, ਤੇ ਪ੍ਰਮਾਤਮਾ ਨੂੰ ਇਹ ਕਹਿ ਸੱਚੇ ਪਾਤਸ਼ਾਹ ਸੁਭਾਨ ਤੇਰੀ ਕੁਦਰਤ ਵਾਦਾਤਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੱਚੇ ਪਾਤਸ਼ਾਹ ਤੂੰ ਕਿੰਨੀ ਸੋਹਣੀ ਬਨਸਪਤੀ ਪੈਦਾ ਕੀਤੀ ਹੈ, ਕਿੰਨੇ ਸੋਹਣੇ ਜੀਵ ਬਣਾਏ ਨੇ। ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਸਿਮਰਨ ਕਰਨਾ, ਤੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਦੇਖੋ ਜੀ। ਇਨਸਾਨ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਨਾਲੇ ਵੀ ਬੇਨਤੀ ਕਰਾਂ, ਉਹ ਪ੍ਰਮਾਤਮਾ ਦਾ ਅੰਤ ਨਹੀਂ, ਨਾ ਹੀ ਉਹਦੇ ਗੁਣਾਂ ਦਾ ਅੰਤ ਪਾਇਆ ਜਾ ਸਕਦਾ ਹੈ। ਸਿਰਫ ਇੱਕ ਜਿਵੇਂ ਪਾਣੀ ਦੀ ਮੱਛੀ ਹੁੰਦੀ ਆ ਨਾ, ਉਹ ਸਿਰਫ ਸਮੁੰਦਰ ਦੇ ਵਿੱਚ ਰਹਿ ਕੇ ਸਮੁੰਦਰ ਦੇ ਪਾਣੀ ਦਾ ਆਨੰਦ ਮਾਣਦੀ ਆ, ਉਹਦੀ ਡੂੰਘਾਈ ਨੂੰ ਜਾਣਨ ਦਾ ਯਤਨ ਨਹੀਂ ਕਰਦੀ ਵੀ ਕਿੰਨਾ ਕੁ ਡੂੰਘਾ ਹੈ। ਤੇ ਪ੍ਰਮਾਤਮਾ ਦੇ ਜਿਹੜੇ ਗੁਣ ਨੇ, ਉਹਨਾਂ ਗੁਣਾਂ ਨੂੰ ਗੌੜਾ, ਨਾ ਹੀ ਇਸ ਪਰਮੇਸ਼ਰ ਦਾ ਕਦੇ ਅੰਤ ਪਾਇਆ ਜਾ ਸਕਦਾ ਹੈ। ਦੁਨੀਆ ਦੇ ਵਿੱਚ ਕਿਸੇ ਨੇ ਵੀ ਨਹੀਂ ਪਾਇਆਗਾ ਜੀ। ਕਿਹੜੇ ਕਿਹੜੇ ਗੁਣਾਂ ਨੂੰ ਤੁਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਕਹਾਂਗੇ ਆਪਾਂ? ਕਿਹੜੇ ਕਿਹੜੇ ਗੁਣਾਂ ਨੂੰ ਕਹਾਂਗੇ ਜੀ? ਸਾਹਿਬ ਬਾਣੀ ਵਿੱਚ ਜ਼ਿਕਰ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਸਤਿਗੁਰੂ ਤੇਰੇ ਗੁਣ ਬਹੁਤੇ ਮੈਂ ਕਿਹੜੇ ਕਿਹੜੇ ਬਿਆਨ ਕਰਾਂ? ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਵਾਰ-ਵਾਰ ਉਹਨੂੰ ਸਿਮਰਨਾ ਜੀ, ਜਿਹੜਾ ਸਭ ਦੇ ਵਿੱਚ ਰਮਿਆ ਹੋਇਆ, ਰਮਣ ਕਰ ਰਿਹਾ। ਕਹਿਣ ਤੋਂ ਭਾਵ ਜਰਰੇ ਜਰਰੇ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ। ਇੱਕ ਚੀਜ਼ ਤਾਂ ਉਹ ਹੈ ਜਿਹੜੀ ਮਨੁੱਖ ਨੇ ਬਣਾਈ ਹੈ। ਇੱਕ ਚੀਜ਼ ਮਨੁੱਖ ਬਣਾਉਂਦਾ ਹੈ ਨਾ, ਕੋਈ ਉਹਨੇ ਬਿਲਡਿੰਗ ਬਣਾ ਦਿੱਤੀ, ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਗੱਡੀਆਂ ਮੋਟਰਾਂ ਬਣਾਉਂਦਾ ਹੈ। ਉਹ ਕਾਰੀਗਰ ਬਣਾਉਣ ਵਾਲਾ ਬੜਾ ਪਰਵਲਾ ਜੀ, ਉਹਨੇ ਸਭ ਕੁਝ ਬਣਾ ਦਿੱਤਾ, ਪਰ ਘਰ ਨੂੰ ਬਣਾਇਆ, ਗੱਡੀ ਨੂੰ ਬਣਾਇਆ, ਗੱਡੀ ਨੂੰ ਬਣਾਉਣ ਵਾਲਾ ਮਕੈਨਿਕ ਪਾਸੇ ਹਟ ਗਿਆ, ਇੰਜੀਨੀਅਰ ਉਹ ਪਾਸੇ ਹੋ ਚੁੱਕੇ ਹੈ, ਉਹਦੇ ਵਿੱਚ ਨਹੀਂ। ਪਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਹ ਵਡਿਆਈ ਹੈ, ਇਹ ਸਤਿਗੁਰੂ ਪਾਤਸ਼ਾਹ ਦੀ ਉਸਤਤੀ ਹੈ। ਜਿਸ ਚੀਜ਼ ਨੂੰ ਪ੍ਰਮਾਤਮਾ ਨੇ ਬਣਾਇਆ ਨਾ, ਜਿਸ ਚੀਜ਼ ਦੀ ਰੱਬ ਨੇ ਆਪ ਘਾੜਤ ਕੱਢੀ ਹੈ, ਜਿਹਨੂੰ ਪਰਮੇਸ਼ਰ ਨੇ ਆਪ ਬਣਾਇਆ, ਉਹਦੇ ਜੋ ਪਾਸੇ ਨਹੀਂ ਹਟੇ, ਉਹਦੇ ਵਿੱਚ ਬੈਠ ਗਏ ਹੈ। ਅੱਜ ਤੱਕ ਇਨਸਾਨ ਨੇ ਸੋਨੇ ਦੀਆਂ ਮੂਰਤੀਆਂ ਬਣਦੀਆਂ ਦੇਖੀਆਂ ਨੇ, ਪੱਥਰ ਦੀਆਂ ਮੂਰਤਾਂ ਬਣਦੀਆਂ ਦੇਖੀ ਹੈ, ਹੋਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੀਆਂ ਮੂਰਤੀਆਂ ਬਣ ਜਾਂਦੀਆਂ ਨੇ, ਪਰ ਪਾਣੀ ਦੀ ਮੂਰਤ ਅੱਜ ਤੱਕ ਕਦੇ ਕਿਸੇ ਨੇ ਬਣਦੀ ਦੇਖੀ ਨਹੀਂ।
ਪਰ ਉਹ ਮੇਰਾ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਐਡਾ ਪਰਬਲ ਹੈ ਜੀ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆ ਮਨੁੱਖਤਾ ਦੀ ਜਿਹੜੀ ਆ ਪਦਾਇਸ਼ ਹੈ ਨਾ, ਆ ਪਰਮਾਤਮਾ ਨੇ ਇੱਕ ਪਾਣੀ ਤੋਂ ਇਹ ਆ ਮੂਰਤ ਬਣਾਈ ਹੈ ਮਨੁੱਖਾ ਸਰੀਰ, ਤੇ ਇਹਦੇ ਵਿੱਚ ਜਿਹੜੀ ਸਤਾ ਉਹ ਪਾਰ ਬ੍ਰਹਮ ਪਰਮੇਸ਼ਰ ਨੇ ਆਪਾ ਹੀ ਪੰਜ ਤੱਤ ਇਕੱਠੇ ਕੀਤੇ। ਅੱਗ ਤੇ ਪਾਣੀ ਨੂੰ ਕੋਈ ਇਕੱਠਾ ਨਹੀਂ ਕਰ ਸਕਦਾਗਾ, ਪਰ ਇਹ ਪਰਮਾਤਮਾ ਦੀ ਕਿਰਪਾ ਹੈ ਜੀ। ਧਰਤੀ ਤੇ ਆਕਾਸ਼ ਨੂੰ ਕੋਈ ਇਕੱਠਾ ਨਹੀਂ ਕਰ ਸਕਦਾ, ਇਹ ਅਕਾਲ ਪੁਰਖ ਕਰਤੇ ਦੇ ਵਿੱਚ ਉਹਦੇ ਵਿੱਚ ਨਾ ਤਾਕਤ ਹੈ, ਉਹੀ ਕਰ ਸਕਦਾ, ਹੋਰ ਕਿਸੇ ਤੋਂ ਨਹੀਂ ਹੁੰਦਾਗਾ। ਪੰਜਾਂ ਤੱਤਾਂ ਦਾ ਸਰੀਰ ਰਚਨਾ ਕੀਤੀ ਹੈ ਪ੍ਰਮਾਤਮਾ ਨੇ, ਕਿਸੇ ਵਿੱਚ ਇਹ ਤਾਕਤ ਨਹੀਂ ਵੀ ਇਸ ਸਰੀਰ ਦੇ ਵਿੱਚ ਛੇਵਾਂ ਤੱਤ ਵੀ ਪਾ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਰਮੇ ਹੋਏ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਜਰਰੇ ਜਰਰੇ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਨਾ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਜਦ ਸਾਹਿਬ ਦੀ ਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਹਰ ਇੱਕ ਜਗ੍ਹਾ ਦੇ ਉੱਤੇ ਆਪ ਰਮਿਆ ਹੋਏ ਹੈ। ਜਿੱਡਾ ਕ ਦੇਖੋ ਇਨਸਾਨ ਹੁੰਦਾ ਨਾ ਜੀ, ਜਿੱਡਾ ਕ ਮਨੁੱਖ ਹੋਏਗਾ ਉਹਦਾ ਘਰ ਵੀ ਓਡਾ ਕੀ ਹੁੰਦਾ, ਉਹਦੀਆਂ ਗੱਲਾਂ ਬਾਤਾਂ ਵੀ ਓਡੀਆਂ ਕੀ ਹੁੰਦੀਆਂ ਨੇ। ਪਰ ਇੱਥੇ ਜਿਸ ਪਰਮਾਤਮਾ ਦੀ ਗੱਲ ਚੱਲ ਰਹੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ, ਉਹ ਮੇਰਾ ਪਾਰ ਬ੍ਰਹਮ ਪਰਮੇਸ਼ਰ ਆਪ ਬਹੁਤ ਵੱਡਾ ਹੈ ਜੀ। ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ। ਟੇਕ ਇੱਥੇ ਰੱਖਣੀ, ਸ਼ਬਦ ਦੀ ਆਰੰਭਤਾ ਹੋਈ ਹੈ ਜੀ। ਰਮਣ ਕੋ ਰਾਮ ਕੇ ਗੁਣ ਬਾਦ, ਉਸ ਰਮੇ ਹੋਏ ਪ੍ਰਮਾਤਮਾ ਦਾ ਸਿਮਰਨ ਕਰਨਾ, ਉਹਨੂੰ ਯਾਦ ਕਰਨਾ, ਉਹਦੀ ਬੰਦਗੀ ਕਰਨੀ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ। ਇੱਥੇ ਉਸ ਪਰਮੇਸ਼ਰ ਦੀ ਵਿਚਾਰ ਚੱਲ ਰਹੀ ਹੈ ਜਿਹੜਾ ਪ੍ਰਮਾਤਮਾ ਨਾ 84 ਲੱਖ ਜੂਨ ਦੇ ਵਿੱਚ, ਉਹ ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ ਉਹ ਪ੍ਰਮਾਤਮਾ ਆਪ ਵਸੇ ਹੋਏ ਹੈ, ਆਪ ਵਾਸਾ ਰੱਖਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ, ਜਾਪ ਸਾਹਿਬ ਦਾ ਆਪਾਂ ਪਹਿਲਾਂ ਛੰਦ ਪੜ੍ਹਦੇ ਆ ਨਾ, ਮਹਾਰਾਜ ਨੇ ਇੱਥੇ ਕਿਰਪਾ ਵਰਤਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪ੍ਰਮਾਤਮਾ ਨਾ ਇੱਕ ਜਿਹੜਾ ਬਰੀਕ ਕਿਣਕੇ ਤੋਂ ਕਿਣਕਾ, ਉਹਦੇ ਵਿੱਚ ਵੀ ਉਹ ਆਪ ਵਾਸਾ ਰੱਖ ਰਹੇ ਹੈ। ਮਹਾਰਾਜ ਦਾ ਪਹਿਲਾ ਛੰਦ ਆਪਾਂ ਪੜ੍ਹਦੇ ਆ ਨਾ ਜੀ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ, ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤਨ ਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ, ਇੰਦਰ ਇੰਦਰਾਵਣ ਸਾਹੇ ਸਹਾਣ ਗਣੀਜੈ, ਤੇਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ। ਤ੍ਰਿਣ ਕਹਿਤਾ, ਆ ਜਿਹੜਾ ਤ੍ਰਿਣ ਸ਼ਬਦ ਹੈ, ਤ੍ਰਿਣ ਦਾ ਅਰਥ ਹੈ ਜੀ ਜਿਹੜਾ ਘਾਹ ਹੁੰਦਾ ਨਾ, ਘਾਹ ਨੂੰ ਪੱਟ ਕੇ ਦੇਖਿਓ, ਉਹਦੀਆਂ ਜੜਾਂ ਦੇ ਨਾਲ ਇੱਕ ਬਿਲਕੁਲ ਬਰੀਕ ਬਰੀਕ ਕਰੂੰਬਲੀਆਂ ਹੁੰਦੀਆਂ ਨੇ। ਕਹਿਣ ਲੱਗੇ ਪਾਰ ਬ੍ਰਹਮ ਪਰਮੇਸ਼ਰ ਉਹਦੇ ਵਿੱਚ ਵੀ ਵਾਸਾ ਰੱਖ ਰਿਹਾ ਰੱਬ। ਨੇਤ ਨੇਤ ਬਣ ਤ੍ਰਿਣ ਕਹਿਤ, ਗੁਰਮੁਖੋ ਉਸ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਯਾਦ ਕਰਨਾ। ਉਹ ਹਰ ਇੱਕ ਜਗ੍ਹਾ ਦੇ ਉੱਤੇ ਵਾਸਾ ਉਹ ਆਪ ਰੱਖ ਰਹੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਦਿਨ ਉਸ ਪਰਮਾਤਮਾ ਦਾ ਤੂੰ ਸਿਮਰਨ ਕਰਨਾ ਹੈ ਨਾ, ਮਹਾਰਾਜ ਕਹਿੰਦੇ ਵੀ ਆ ਜਿਹੜਾ ਮਨ ਹੈ ਨਾ, ਇਹ ਮਨ ਸ਼ੈਤਾਨ ਦੀ ਨਿਆਈ ਹੈ। ਇਸ ਮਨ ਨੂੰ ਪਾਤਸ਼ਾਹ ਨੇ ਕਦੇ ਤਾਂ ਆਪਣਾ ਮਿੱਤਰ ਬਣਾਇਆ, ਕਦੇ ਮਿੱਤਰ ਬਣ ਕੇ ਸਮਝਾਇਆ। ਸਤਿਗੁਰੂ ਪਾਤਸ਼ਾਹ ਨੇ ਤਰ੍ਹਾਂ ਤਰ੍ਹਾਂ ਦੇ ਬੋਲਾਂ ਦੇ ਵਿੱਚ ਉਹਨੂੰ ਸਮਝਾਉਂਦੇ ਰਹੇ। ਕਿਤੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਵ ਇਹੋ ਤਨ ਦੇਹ। ਪਾਤਸ਼ਾਹ ਕਹਿੰਦੇ ਨਾ ਵੀ ਜਦ ਤੱਕ ਆ ਤੇਰੇ ਸਰੀਰ ਦੇ ਵਿੱਚ ਸਵਾਸ ਹੋ, ਉਹਨਾਂ ਸਮਾਂ ਕਹਿੰਦੇ ਆ ਦੇਹ ਤੇਰੇ ਕੋਲੇ ਹੈ, ਸਰੀਰ ਹੈ,
ਤੇ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਖੋਟਾਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ। ਕਦੇ ਨੂੰ ਖੋਤੇ ਦੀ ਨਿਆਈ ਦੱਸਿਆ ਗਿਆ। ਕਦੇ ਪਾਤਸ਼ਾਹ ਕਹਿੰਦੇ ਨੇ, ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਣਾ ਰਹਿਤਾ ਹੈ, ਚਾਰੇ ਕੁੰਡਾ ਭਾਲੇ। ਮਨ ਨੂੰ ਕਦੇ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਇੱਕ ਤਰ੍ਹਾਂ ਕਰਕੇ ਨੂੰ ਸਬੋਧਨ ਕਰਕੇ ਸਮਝਾਇਆ ਤੇ ਨਾਲ ਇੱਕ ਗੱਲ ਕਹਿ ਦਿੱਤੀ ਹੈ, ਕਿਉਂਕਿ ਇਹ ਜਿਹੜਾ ਮਨ ਹੈ ਨਾ, ਇਹ ਮਨ ਆਪਣੇ ਵਸਾਏ ਹੋਏ ਦੇਸ਼ ਦੇ ਵਿੱਚ ਆ ਦੁਨੀਆ ਦੇ ਵਿੱਚ ਰਹਿ ਕੇ ਬੜਾ ਖੁਸ਼ ਹੈ। ਧਿਆਨ ਦੇਣਾ, ਮੈਂ ਬੇਨਤੀ ਕਰ ਰਿਹਾ ਸਾਂ, ਉਹ ਰਮਿਆ ਹੋਇਆ ਪ੍ਰਮਾਤਮਾ ਜਿਸ ਇਨਸਾਨ ਦਾ ਜਿੱਡਾ ਘਰੋਂ ਜਿੱਡਾ ਕਾਪਾ ਉੱਡਾ ਕੋਦਾ ਘਰ ਹੈ ਜੀ। ਤੇ ਮੇਰਾ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਭ ਤੋਂ ਵੱਡੇ ਨੇ, ਆਪ ਬਹੁਤ ਵੱਡਾ ਹੈ। ਤੇ ਇਹਦਾ ਜਿਹੜਾ ਘਰ ਹੈ ਨਾ ਜੀ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆ ਜਿੰਨਾ ਵੀ ਜਗਤ ਸੰਸਾਰ ਹੈ ਇਹਦਾ ਘਰ ਹੈ ਪਰਮੇਸ਼ਰ ਦਾ, ਸਭ ਦੇ ਵਿੱਚ ਹੀ ਆਪ ਵਾਸਾ ਰੱਖਦਾ ਪਿਆ, ਰਹਿੰਦਾ ਵੀ ਸਭ ਦੇ ਵਿੱਚ ਆਪ ਹੈ। 84 ਲੱਖ ਜੂਨ ਬਣਾਈ, ਉਹ 84 ਲੱਖ ਜੂਨ ਦੇ ਵਿੱਚ ਵੀ ਇਹ ਆਪ ਤੇ ਉਹਨਾਂ ਤੋਂ ਨਿਰਲੇਪ ਵੀ ਆਪੇ। ਇਹ ਹੈ ਇੱਕ ਪਰ ਵਸਦਾ ਸਾਰਿਆਂ ਦੇ ਵਿੱਚ। ਪਾਤਸ਼ਾਹ ਕਹਿੰਦੇ, ਰਮੇ ਹੋਏ ਪ੍ਰਮਾਤਮਾ ਦੇ ਗੁਣਾਂ ਨੂੰ ਕਹਿਣਾ, ਉਹਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ। ਤੇ ਉਹਦਾ ਸਿਮਰਨ ਕਰਨਾ ਕਿਵੇਂ ਹੈ ਜੀ? ਕਿੱਥੇ ਬੈਠ ਕੇ ਉਹਦਾ ਸਿਮਰਨ ਹੋਏਗਾ? ਉਹਨੂੰ ਕਿਵੇਂ ਸਿਮਰਿਆ ਜਾਣਾ ਹੈ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾ ਪਵਿੱਤਰ ਸ਼ਬਦ ਦੇ ਦੁਆਰਾ ਸਮਝਾਉਂਦੇ ਨੇ। ਗੁਰਮੁਖੋ ਕਹਿੰਦੇ, ਜਿਸ ਰਮੇ ਹੋਏ ਪ੍ਰਮਾਤਮਾ ਦਾ ਸਿਮਰਨ ਕਰਨਾ ਨਾ, ਜਿਹਦੀ ਗੱਲ ਅਸੀਂ ਪਾਤਸ਼ਾਹ ਕਹਿੰਦੇ ਮੈਂ ਕਰ ਰਿਹਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹਦੇ ਬਾਬਤ ਮੈਂ ਕਹਿ ਰਿਹਾ ਨਾ ਵੀ ਜਿਸ ਪ੍ਰਮਾਤਮਾ ਨੂੰ ਸਿਮਰਨਾ ਹੈ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰ। ਜਦੋਂ ਉਹਦਾ ਸਿਮਰਨ ਕਰੋਗੇ, ਪ੍ਰਮਾਤਮਾ ਦਾ ਬੰਦਗੀ ਹੋਏਗੀ ਨਾ ਅਕਾਲ ਪੁਰਖ ਵਾਹਿਗੁਰੂ ਦੀ, ਹਿਰਦੇ ਵਿੱਚ ਸ਼ਬਦ ਦੀ ਵਿਚਾਰ ਆ ਜਾਏਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਸ ਸਮੇਂ ਆ ਮਾਇਆ ਦੇ ਹੰਕਾਰ ਤੋਂ ਬਚਿਆ ਜਾਂਦਾ, ਪ੍ਰਮਾਤਮਾ ਦੀ ਬੰਦਗੀ ਕਰਕੇ ਸਿਮਰਨ ਕਰਕੇ। ਤੇ ਇਹਨੂੰ ਸਿਮਰਨਾ ਕਿਵੇਂ ਆ? ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਆ। ਅੱਗੇ ਸਰਵਣ ਕਰੀਏ ਜੀ। ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇੱਥੇ ਜਿਹੜਾ ਸਾਧ ਸੰਗ ਹੈ ਨਾ, ਗੱਗੇ ਨੂੰ ਸਿਹਾਰੀ ਪਾਈ ਹੋਈ ਹੈ। ਵਿਆਕਰਨ ਦੇ ਮੁਤਾਬਕ ਇਹਦਾ ਅਰਥ ਬਣੇਗਾ ਜੀ ਸਤ ਸੰਗਤ। ਸਤ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਧਿਆਉਣਾ, ਉਹਦੀ ਬੰਦਗੀ ਕਰਨੀ। ਆਸਾ ਰਾਗ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਆਪਾਂ ਰੋਜ਼ ਪੜ੍ਹਦੇ ਆ। ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਦੇ ਵਿੱਚ ਮਿਲ ਕੇ, ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਦੇ ਵਿੱਚ ਮਿਲ ਕੇ ਨਾ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਸਿਮਰਨ ਕਰਨਾ, ਸੰਗਤ ਰੂਪ ਦੇ ਵਿੱਚ ਉਹਨੂੰ ਜਪੜਾ। ਜਦੋਂ ਸੰਗਤ ਰੂਪ ਦੇ ਵਿੱਚ ਜਪਦੇ ਆ ਨਾ, ਜਪਦਿਆਂ ਫਿਰ ਮਨ ਦੇ ਵਿੱਚ ਹੰਕਾਰ ਨਹੀਂ ਆਉਂਦਾ ਜੀ ਕਿਸੇ ਚੀਜ਼ ਦਾ। ਕਿਉਂਕਿ ਉੱਥੇ ਕਈ ਵਾਰ ਐਸਾ ਹੁੰਦਾ, ਜੇ ਤੂੰ 2 ਪਾਠ ਜਪਜੀ ਸਾਹਿਬ ਦੇ ਕੀਤੇ ਆ, ਤੇਰੇ ਤੋਂ ਅੱਗੇ 4 ਕਰਨ ਵਾਲਾ ਵੀ ਬੈਠਾ ਹੈ। ਉੱਥੇ ਫਿਰ ਮਨ ਦੇ ਵਿੱਚ ਕੋਈ ਹੰਕਾਰ ਨਹੀਂ। ਔਰ ਜੇ ਤੂੰ 5 ਬਾਣੀਆਂ ਦਾ ਨਿਤਨੇਮ ਕੀਤਾ, ਤੇਰੇ ਤੋਂ ਜ਼ਿਆਦਾ ਕਰਨ ਵਾਲੇ ਵੀ ਬੈਠੇ ਨੇ। ਸਤ ਸੰਗਤ ਦੇ ਵਿੱਚ ਤਾਂ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣਾ ਮੇਰਾ ਨਾਉ ਜੀਓ। ਫਿਰ ਜਦੋਂ ਇੱਥੇ ਬੈਠ ਕੇ ਸਿਮਰਨ ਹੁੰਦਾ ਨਾ, ਬੰਦਗੀ ਹੁੰਦੀ ਹੈ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾਉਂਦੇ ਨੇ। ਜਦੋਂ ਪੂਰੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ, ਫਿਰ ਇਹ ਜਿਹੜਾ ਮਨ ਹੈ ਨਾ, ਇਹ ਭਟਕਦਾ ਨਹੀਂ, ਟਿਕਾ ਦੇ ਵਿੱਚ ਆ ਜਾਂਦਾ, ਸਹਿਜ ਦੇ ਵਿੱਚ ਆ ਜਾਂਦਾ, ਟਿਕ ਜਾਂਦਾ ਹੈ। ਮਨ ਵਾਸਾ ਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜਦੋਂ ਪੂਰੇ ਗੁਰੂ ਦੀ ਕਿਰਪਾ ਵਰਤਦੀ ਹੈ।
ਪਾਤਸ਼ਾਹ ਕਹਿਣ ਲੱਗੇ ਸਤ ਸੰਗਤ ਦੇ ਵਿੱਚ ਸਭ ਤੋਂ ਵੱਡਾ ਕਹਿੰਦੇ ਵੀ ਇਹੀ ਤੈਨੂੰ, ਤਾਂ ਹੀ ਮੈਂ ਵਾਰ-ਵਾਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਤ ਸੰਗਤ ਕਰਨ ਦੇ ਲਈ ਤਾਂ ਹੀ ਕਿਹਾ ਕਿ ਸਤ ਸੰਗਤ ਦੇ ਵਿੱਚ ਬੈਠ ਕੇ ਜਦੋਂ ਪਰਮਾਤਮਾ ਦੀ ਬੰਦਗੀ ਕਰੇਗਾ, ਸਿਮਰਨ ਕਰੇਗਾ, ਪਰਮੇਸ਼ਰ ਤੇਰੇ ਤੇ ਕਿਰਪਾ ਕਰ ਦੇਵੇਗਾ। ਜਦੋਂ ਸਤ ਸੰਗਤ ਦੇ ਵਿੱਚ ਜਾਗ ਲੱਗਣ ਲੱਗ ਪਈ ਨਾ, ਉਸ ਤੋਂ ਬਾਅਦ ਫਿਰ ਇਕਾਗਰਤਾ ਦੇ ਵਿੱਚ ਬੈਠ ਕੇ ਜਿੱਥੇ ਮਰਜੀ ਬੈਠਾ ਉਹਨੂੰ ਸਿਮਰੀ ਜਾਈ। ਫਿਰ ਸਵਾਸ ਸਵਾਸ ਅੰਦਰੋਂ ਸਵਾਸਾਂ ਦੁਆਰਾ ਚੱਲਣ ਲੱਗ ਪੈਂਦੇ ਜੀ। ਪਰ ਪਾਤਸ਼ਾਹ ਕਹਿਣ ਲੱਗੇ ਪਹਿਲੀ ਪੌੜੀ ਹੀ ਇਹੀ ਹੈ, ਸਤ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਨੂੰ ਸਿਮਰਨਾ, ਉਹਦੀ ਬੰਦਗੀ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਪ੍ਰਮਾਤਮਾ ਦੀ ਬੰਦਗੀ ਕਰੋਗੇ ਨਾ, ਵਾਹਿਗੁਰੂ ਦਾ ਸਿਮਰਨ ਹੁੰਦਾ। ਸਤਿਗੁਰੂ ਕਹਿੰਦੇ ਅੰਮ੍ਰਿਤ ਜਾ ਕੇ ਸਵਾਦ, ਤੇ ਜਿਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹਦਾ ਜਿਹੜਾ ਰਸ ਹੈ ਅੰਮ੍ਰਿਤ ਦੇ ਸਮਾਨ ਹੈ, ਅੰਮ੍ਰਿਤ ਵਰਗਾ ਸਵਾਦ ਹੈ ਜੀ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ। ਉਹ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਜਦੋਂ ਹਿਰਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਨਾਮ ਨੂੰ ਧਾਰਨ ਕੀਤਾ, ਜਿਹਨੂੰ ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿੱਖਾ 부ਝਾਈ। ਜਿਹਦਾ ਸਿਮਰਨ ਕਰਕੇ ਅੰਦਰੋਂ ਫਿਰ ਸਾਰੀ ਜਿਹੜੀ ਤ੍ਰਿਪਤੀ ਹੋ ਜਾਂਦੀ ਹੈ, ਜਿਹੜੀ ਭੁੱਖ ਹੈ ਨਾ, ਉਹ ਇਨਸਾਨ ਦੀ ਭੁੱਖ ਪਿਆਸ ਸਭ ਕੁਝ ਖਤਮ ਹੋ ਜਾਂਦੀ ਹੈ। ਇਨਸਾਨ ਦੇਖੋ ਜੀ ਹੁਣ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਚੱਖਦਾ ਹੈ ਨਾ, ਕਦੇ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੌਂ ਖਾਣ ਲੱਗਦਾ, ਕਦੇ ਕੁਝ ਖਾ ਲਿਆ, ਕਦੇ ਕੁਝ ਖਾ ਲਿਆ, ਪਰ ਅੰਦਰੋਂ ਇਹ ਤ੍ਰਿਪਤ ਨਹੀਂ ਹੁੰਦਾਗਾ। ਜਿਸ ਦਿਨ ਇਸ ਰਸਨਾ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ, ਸਤ ਸੰਗਤ ਦੇ ਵਿੱਚ ਬੈਠ ਕੇ ਸਤ ਸੰਗਤ ਦੇ ਵਿੱਚ ਉਸ ਪ੍ਰਮਾਤਮਾ ਨੂੰ ਧਿਆਉਂਦਾ ਰਿਹਾ, ਇੱਕ ਦਿਨ ਐਸਾ ਆਏਗਾ ਕਿ ਇਹ ਜਿਹੜੀ ਰਸਨਾ ਹੈ ਨਾ, ਦੂਸਰੇ ਪਦਾਰਥਾਂ ਨੂੰ ਇਹ ਚੱਖਣੋਂ ਹਟ ਜਾਏਗੀ। ਜਿਹਨੂੰ ਜਿਸ ਦਿਨ ਪ੍ਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ, ਇਹ ਗੱਲ ਉਹਨਾਂ ਦੀ ਹੈ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਆਇਆ ਨਹੀਂ। ਇਹ ਇਕੱਲਾ ਗੱਲੀ ਬਾਤੀ ਨਹੀਂਗਾ। ਸਤ ਸੰਗਤ ਦੇ ਵਿੱਚ ਬੈਠ ਕੇ ਇਸ ਪ੍ਰਮਾਤਮਾ ਦੇ ਨਾਮ ਦਾ ਰਸ ਆਉਂਦਾ। ਪਹਿਲੀ ਗੱਲ ਤਾਂ ਇਹ, ਸਤ ਸੰਗਤ ਦੇ ਵਿੱਚ ਇਨਸਾਨ ਬੈਠਣ ਦੇ ਲਈ ਤਿਆਰ ਨਹੀਂ। ਜਦੋਂ ਕਿਰਪਾ ਵਰਤ ਜਾਏ, ਇਹ ਸਤ ਸੰਗਤ ਵੀ ਭਾਗਾਂ ਨਾਲ ਮਿਲਦੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਵਡਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਕਰਕੇ ਸਤ ਸੰਗਤ ਮਿਲਦੀ ਹੈ। ਤੇ ਨਹੀਂ ਕਈ ਵਾਰ ਐਸਾ ਹੁੰਦਾ ਜੀ, ਗੁਰੂ ਘਰ ਦੇ ਨਾਲ ਕੰਧ ਵੀ ਸਾਂਝੀ ਹੁੰਦੀ ਹੈ, ਇਨਸਾਨ ਤਾਂ ਵੀ ਨਹੀਂ ਆ ਸਕਦਾਗਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਵਰਤਾਉਂਦੇ ਨੇ, ਰਹਿਮਤ ਕਰਦੇ ਆ। ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ, ਪਰਮਾਤਮਾ ਦੇ ਨਾਮ ਦਾ ਰਸ ਜਿਸ ਦਿਨ ਆਉਣ ਲੱਗ ਪਏ। ਗੁਰੂ ਅਮਰਦਾਸ ਮਹਾਰਾਜ ਪਵਿੱਤਰ ਬਚਨ ਕਰਦੇ ਆ। ਮੈਂ ਕੱਲ ਵੀ ਬੇਨਤੀ ਸਾਂਝੀ ਕੀਤੀ ਸੀ ਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਅਨ ਰਸ ਦਾ ਅਰਥ ਹੁੰਦਾ ਜੀ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ। ਇਹ ਕਦੇ ਕੌੜਾ ਖਾ ਲਿਆ, ਕਦੇ ਮਿੱਠਾ ਖਾ ਲਿਆ, ਕਦੇ ਨਮਕ, ਕਦੇ ਕੁਝ ਖਾ ਲਿਆ। ਪਾਤਸ਼ਾਹ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਭਾਈ। ਜਦ ਤੱਕ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਆਪਣੇ ਹਿਰਦੇ ਰੂਪ ਪੱਲੇ ਦੇ ਵਿੱਚ ਇਹਨੂੰ ਬੰਨ ਨਹੀਂ ਲੈਂਦਾ, ਪਾ ਨਹੀਂ ਲੈਂਦਾਗਾ, ਉਹਨਾਂ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਾਰਥਾਂ ਦੇ ਵਿੱਚ ਉਲਝਿਆ ਹੋਇਆ। ਜਿਸ ਦਿਨ ਪ੍ਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪਿਆ, ਉਸ ਦਿਨ ਬਾਕੀ ਦੇ ਜਿਹੜੇ ਪਦਾਰਥ ਉਹ ਫਿੱਕੇ ਲੱਗਣਗੇ। ਬਾਬਾ ਫਰੀਦ ਸਾਹਿਬ ਜੀ ਨਾ, ਇਹਨਾਂ ਦੇ ਮਾਤਾ ਜੀ ਸਨ ਮਾਤਾ ਮਰੀਅਮ। ਮਾਤਾ ਮਰੀਅਮ ਨੇ ਜਿਸ ਦਿਨ ਬਾਬਾ ਫਰੀਦ ਸਾਹਿਬ ਦਾ ਜਿਹੜਾ ਜਨਮ ਸੀ, ਰਮਜ਼ਾਨ ਦੇ ਮਹੀਨੇ ਦੇ ਵਿੱਚ ਹੁੰਦਾ। ਮੁਸਲਮਾਨਾਂ ਦੇ ਵਿੱਚ ਰਮਜ਼ਾਨ ਦਾ ਮਹੀਨਾ ਇੱਕ ਪਾਕ ਤੇ ਪਵਿੱਤਰ ਮੰਨਿਆ ਗਿਆ ਹੈ। ਤੇ ਬਾਬਾ ਫਰੀਦ ਸਾਹਿਬ ਜੀ ਨੂੰ ਮਾਂ ਨੇ ਆਪਣੇ ਪੁੱਤਰ ਨੂੰ ਬੰਦਗੀ ਦੇ ਵਿੱਚ ਲਾਉਣ ਦੇ ਲਈ, ਭਗਤੀ ਦੇ ਵਿੱਚ ਲਾਉਣ ਦੇ ਵਾਸਤੇ ਨਾ
ਲਾਲਚ ਦਿੱਤਾ ਇੱਕ, ਕਿਉਂਕਿ ਜਦੋਂ ਕੋਈ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਕੁਝ ਹੀ ਕਰਾ ਲਓ ਜੀ, ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਨਾ, ਬਾਬਾ ਫਰੀਦ ਸਾਹਿਬ ਜੀ ਨੂੰ ਮਾਂ ਨੇ ਭਗਤੀ ਲਾਉਣ ਦੇ ਲਈ ਇੱਕ ਗੱਲ ਕਹੀ, ਕਹਿਣ ਲੱਗੀ ਪੁੱਤਰ ਜਦੋਂ ਕੋਈ ਅੱਲਾਹ ਤਾਲਾ ਖੁਦਾ ਦੀ ਇਬਾਦਤ ਕਰਦਾ ਹੈ ਨਾ ਤੇ ਉਹ ਖੁਦਾ ਉਹਨੂੰ ਖਾਣ ਦੇ ਲਈ ਮਿੱਠੀਆਂ ਚੀਜ਼ਾਂ ਦਿੰਦਾ, ਮਿੱਠੀਆਂ ਵਸਤੂਆਂ ਦਿੰਦਾ ਹੈ। ਤੇ ਇਹ ਗੱਲ ਹੈ ਜਿਹੜੀ ਇਬਾਦਤ ਦੇ ਨਾਲ ਬਣਨੀ ਹੈ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ, ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ। ਇਹ ਗੱਲ ਬੰਦਗੀ ਨਾਲ ਹੀ ਬਣਨੀ ਹੈ, ਇਬਾਦਤ ਦੇ ਨਾਲ ਹੀ ਬਣੇਗੀ। ਤੇ ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਕਿਰਪਾ ਵਰਤੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਹੁਣ ਬਾਬਾ ਫਰੀਦ ਸਾਹਿਬ ਜੀ ਨੂੰ ਨਾ ਮਸੱਲੇ ਤੇ ਮਾਂ ਬਿਠਾ ਦਿੰਦੀ ਹੈ ਜੀ। ਮਸੱਲਾ ਇੱਕ ਛੋਟਾ ਜਿਹਾ ਕੱਪੜਾ ਹੁੰਦਾ ਹੈ ਜਿਹਦੇ ਉੱਤੇ ਇਸਲਾਮ ਧਰਮ ਦੇ ਨਾਲ ਸੰਬੰਧਿਤ ਲੋਕ ਉਹਦੇ ਤੇ ਬੈਠ ਕੇ ਮਸੱਲੇ ਤੇ ਨਿਵਾਜ਼ ਪੜ੍ਹਿਆ ਕਰਦੇ। ਬਾਬਾ ਫਰੀਦ ਸਾਹਿਬ ਜੀ ਨੇ ਬੈਠਣਾ, ਮਾਂ ਨੇ ਕਹਿਣਾ ਪੁੱਤਰ ਜਿੰਨਾ ਸਮਾਂ ਬੈਠਣਾ ਨਾ ਅੱਖਾਂ ਬੰਦ ਕਰਕੇ, ਨੇਤਰ ਬੰਦ ਕਰਕੇ ਧਿਆਨ ਦੇ ਵਿੱਚ ਬੈਠਾ ਰਹਿਣਾ। ਮਾਂ ਨੇ ਨਾ ਪਿੱਛੋਂ ਚੋਰੀਓ ਆ ਕੇ ਕਦੇ ਤਾਂ ਮਸੱਲੇ ਦੇ ਕੋਲ ਗੁੜ ਰੱਖ ਦੇਣਾ, ਕਦੇ ਮਿਸ਼ਰੀ, ਕਦੇ ਮਖਿਆਲ, ਕਦੇ ਦੁੱਧ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਰੱਖਦੇ ਰਹੇ। ਜਦੋਂ ਉੱਠਣਾ ਨਾ ਫਿਰ ਕਹਿਣਾ ਦੇਖ ਪੁੱਤਰ ਅੱਜ ਵੀ ਕੀ ਦਿੱਤਾ ਅੱਲਾਹ ਤਾਲਾ ਖੁਦਾ ਨੇ। ਫਰੀਦ ਸਾਹਿਬ ਜੀ ਨੇ ਕਹਿਣਾ, ਕਹਿਣ ਲੱਗੇ ਮਾਂ ਅੱਜ ਮੈਨੂੰ ਅੰਮੀ ਕਹਿਣ ਲੱਗੀ ਵੀ ਆ ਗੁੜ ਦਿੱਤਾ, ਕਦੇ ਸ਼ੱਕਰ ਕਹਿਣੀ। ਇੱਕ ਦਿਨ ਕਹਿੰਦੇ ਜਪਦਿਆਂ ਜਪਦਿਆਂ ਕਹਿੰਦੇ ਬਿਰਤੀ ਅੱਲਾਹ ਤਾਲਾ ਖੁਦਾ ਉਸ ਪਰਮੇਸ਼ਰ ਦੇ ਨਾਲ ਇਹੋ ਜੀ ਜੁੜੀ ਜੀ ਤੇ ਜੋ ਵਸਤੂ ਮਾਂ ਰੱਖਿਆ ਕਰਦੀ ਸੀ, ਮਾਂ ਪੁੱਛਦੀ ਹੈ, ਕਹਿਣ ਲੱਗੀ ਕਹਿੰਦੀ ਪੁੱਤਰ ਕਹਿੰਦੇ ਵੀ ਅੱਲਾਹ ਤਾਲਾ ਨੇ ਅੱਜ ਕੀ ਦਿੱਤਾ, ਖਾਦਾ ਨਹੀਂ। ਕਹਿੰਦੇ ਮਾਂ ਇਹ ਹੁਣ ਫਿੱਕਾ ਲੱਗਦਾ, ਇਹ ਮਿੱਠਾ ਨਹੀਂ ਹੁੰਦਾ। ਹੁਣ ਤੱਕ ਤਾਂ ਇਹ ਖਾਂਦੇ ਰਹੇ, ਕਾਰਨ ਕਹਿੰਦੇ ਇਹਦੇ ਤੋਂ ਵੀ ਕੋਈ ਚੀਜ਼ ਵਸਤੂ ਮਿੱਠੀ ਹੈ। ਕਹਿਣ ਲੱਗੇ ਹਾਂ ਮਾਂ ਇਹਦੇ ਤੋਂ ਵੀ, ਕਹਿੰਦੇ ਵੀ ਜ਼ਿਆਦਾ ਮਿੱਠਾ। ਉਹ ਕੀ ਹੈ? ਕਹਿੰਦੇ ਅੱਲਾਹ ਤਾਲਾ, ਉਸ ਖੁਦਾ ਦਾ ਨਾਮ। ਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਬਾਣੀ ਵਿੱਚ ਜ਼ਿਕਰ ਕੀਤਾ ਜੀ। ਆਪਾਂ ਸ਼ਲੋਕ ਪੜ੍ਹਦੇ ਆ ਨਾ, ਸ਼ਲੋਕਾਂ ਦੇ ਵਿੱਚ ਜ਼ਿਕਰ ਆਉਂਦਾ, ਕਹਿਣ ਲੱਗੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ। ਇਹ ਵਸਤੂਆਂ, ਇਹ ਚੀਜ਼ਾਂ ਤਾਂ ਸਾਰੀਆਂ ਹੀ ਮਿੱਠੀਆਂ ਨੇ, ਪਰ ਰੱਬ ਨਾ ਪੁੱਜਣ ਤੁਧ, ਕਹਿੰਦੇ ਪਰਮਾਤਮਾ ਦੇ ਨਾਮ ਦੇ ਤੁੱਲ ਇਹਨਾਂ ਦੇ ਵਿੱਚੋਂ ਕੋਈ ਵੀ ਵਸਤੂ ਨਹੀਂ ਉਹਦੇ ਬਰਾਬਰ ਮਿੱਠੀ ਗੀ। ਪਰਮਾਤਮਾ ਦਾ ਨਾਮ ਇੰਨਾ ਕੁ ਮਿੱਠਾ ਹੈ ਜੀ, ਅੰਮ੍ਰਿਤ ਰਸ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸਿਰਫ ਉਹਨੂੰ ਇੱਕ ਮਹਿਸੂਸ ਕੀਤਾ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗਾ ਇਨਸਾਨ ਗੁੜ ਖਾ ਲਏ, ਉਹਨੂੰ ਪੁੱਛੋ ਵੀ ਇਹ ਸਵਾਦ ਕਿੰਨਾ, ਉਹ ਦੱਸ ਨਹੀਂ ਸਕਦਾਗਾ। ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਚੱਖਿਆ ਨਾ, ਉਹਨਾਂ ਦੇ ਦੇਖਣ ਦੇ ਵਿੱਚ ਅੱਖਾਂ ਉਹੀ ਹੁੰਦੀਆਂ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਚਰਦਾ ਹੈ, ਕੰਨਾਂ ਦੇ ਵਿੱਚੋਂ ਵੀ ਰਸਨਾ ਤੋਂ ਵੀ ਫਿਰ ਉਹ ਇੰਨੇ ਕੁ ਮਿੱਠੇ ਬੋਲ ਬੋਲਦੇ ਆ ਨਾ। ਨਾਮ ਜਪਣ ਵਾਲਾ, ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਰਸਨਾ ਤੋਂ ਮਿੱਠਾ ਬੋਲੇਗਾ, ਕਿਉਂਕਿ ਜਿਹੜਾ ਮੇਰਾ ਪਾਰ ਬ੍ਰਹਮ ਪਰਮੇਸ਼ਰ ਹੈ, ਮੇਰਾ ਗੁਰੂ ਹੈ, ਉਹ ਆਪ ਮਿੱਠ ਬੋਲੜਾ ਜੀ। ਹਰ ਸਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀਓ, ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣਾ, ਪੂਰਨ ਭਗਵਾਨਾ ਔਗੁਣ ਕੋ ਨਾ ਚਿਤਾਰੋ, ਕਿਸੇ ਦੇ ਔਗੁਣਾਂ ਨੂੰ ਵੀ ਨਹੀਂ ਦੇਖਦਾਗਾ। ਉਹ ਮਿੱਠਾ ਬੋਲਣ ਵਾਲਾ ਪਾਰ ਬ੍ਰਹਮ ਪਰਮੇਸ਼ਰ ਆਪ। ਸਾਹਿਬ ਜੀ ਕਿਰਪਾ ਕਰਦੇ ਨੇ, ਸਾਧ ਸੰਗ ਧਿਆਈਏ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਕਹਿੰਦੇ ਸਤ ਸੰਗਤ ਦੇ ਵਿੱਚ ਬੈਠ ਕੇ ਐਸੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ, ਉਹਦੀ ਬੰਦਗੀ ਕਰ। ਜਿਸ ਪਰਮਾਤਮਾ ਦਾ ਜਿਹੜਾ ਆਨੰਦ ਰੂਪੀ ਨਾਮ ਹੈ ਨਾ, ਉਹ ਅੰਮ੍ਰਿਤ ਦੇ ਕਹਿੰਦੇ ਸਮਾਨ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਦੇ ਸਮਾਨ, ਉਹਦੀ ਬਾਣੀ ਅੰਮ੍ਰਿਤ ਵਰਗੀ। ਉਹਦਾ ਜਿਹੜਾ ਨਾਮ ਹੈ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅੰਮ੍ਰਿਤ ਵਰਗਾ ਨਾਮ ਹੈ, ਜਿਹੜਾ ਉਹਨੂੰ ਜਿਉਂ-ਜਿਉਂ ਨੂੰ ਜਪਾਂਗੇ ਹਿਰਦੇ ਵਿੱਚ ਕਹਿਣ ਲੱਗੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਐਸੀ ਕਿਰਪਾ ਵਰਤਾਉਂਦਾ ਹੈ। ਉਹਦੀ ਸੁਰਤੀ ਬਿਰਤੀ ਫਿਰ ਪਰਮਾਤਮਾ ਦੇ ਨਾਲ ਕਹਿੰਦੇ ਲੱਗਣ ਲੱਗ ਪੈਂਦੀ ਹੈ, ਜੁੜਨ ਲੱਗ ਪੈਂਦੀ ਹੈ ਜੀ। ਰਹਾਉ
ਵਿਸ਼ਰਾਮ ਦੇ ਕੇ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਿਮਰਤ ਏਕ ਅਚੁੱਤ ਅਬਿਨਾਸੀ ਬਿਨਸੇ ਮਾਇਆ ਮਾਦ। ਇੱਥੇ ਸਤਿਗੁਰੂ ਕਹਿੰਦੇ ਸਿਮਰਤ ਏਕ, ਇੱਥੇ ਕੱਕੇ ਨੂੰ ਔਂਕੜ ਹੈ ਜੀ। ਔਂਕੜ ਜਿੱਥੇ ਹੁਣ ਸਤਿਗੁਰੂ ਪਾਤਸ਼ਾਹ ਨੇ ਇੱਥੇ ਜਿਹੜਾ ਬਚਨ ਆਇਆ ਨਾ ਏਕ, ਇੱਕ ਦਾ ਅਰਥ ਹੈ ਜੀ ਉਹ ਪਾਰ ਬ੍ਰਹਮ ਪਰਮੇਸ਼ਰ ਇੱਕ ਅਕਾਲ ਪੁਰਖ ਦੀ ਗੱਲ ਹੋ ਰਹੀ ਹੈ। ਜੇ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੇ ਉਹਦਾ ਅਰਥ ਹੋਰ ਬਣ ਜਾਂਦਾ ਹੈ, ਪਰ ਇੱਥੇ ਔਂਕੜ ਦਾ ਇੱਥੇ ਵਾਚਕ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਸਿਮਰਤ ਏਕ, ਉਸ ਇੱਕ ਪ੍ਰਮਾਤਮਾ ਦਾ ਸਿਮਰਨ ਕਰ, ਉਸ ਇੱਕ ਪਰਮੇਸ਼ਰ ਨੂੰ ਜਪ, ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਸ ਇੱਕ ਪਰਮਾਤਮਾ ਦਾ ਨਾਮ ਸਤਿਗੁਰੂ ਪਾਤਸ਼ਾਹ ਕਹਿੰਦੇ ਜਪ, ਅਚੁੱਤ ਅਬਨਾਸੀ, ਜਿਹੜਾ ਨਾਸ ਤੋਂ ਰਹਿਤ ਹੈ, ਸਥਿਰ ਰਹਿਣ ਵਾਲਾ, ਜਿਹੜਾ ਕਿਤੇ ਜਾਣ ਵਾਲਾ ਨਹੀਂ, ਜਿਹੜਾ ਸਦੀਵੀ ਰਹਿਣ ਵਾਲਾ ਹੈ। ਪਰਮਾਤਮਾ ਆਪ ਸਦੀਵ ਰਹਿਣ ਵਾਲਾ ਹੈ। ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਹ ਸਦੀਵ ਰਹਿਣ ਵਾਲੇ ਨੇ। ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਸਦੀਵ ਕਾਲ ਰਹਿਣ ਵਾਲਾ ਹੈ। ਇਹ ਬਿਨਸਨ ਵਾਲਾ, ਖਤਮ ਹੋਣ ਵਾਲਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪਾਤਸ਼ਾਹ ਕਹਿਣ ਲੱਗੇ ਉਸ ਸਿਮਰਨ ਦੇ ਨਾਲ ਬਿਨਸੇ ਮਾਇਆ ਮਾਦ, ਕਹਿੰਦੇ ਜਿਹੜੀ ਆਹ ਮਾਇਆ ਦੀ ਮਸਤੀ ਹੈ ਨਾ, ਕਹਿਣ ਤੋਂ ਭਾਵ ਜਿਹੜਾ ਮਾਇਆ ਦਾ ਹੰਕਾਰ ਇਨਸਾਨ ਨੂੰ ਚੜ੍ਹਿਆ ਹੋਇਆ ਹੈ। ਮਾਇਆ ਕਰਕੇ ਬੰਦਾ ਹੰਕਾਰੀ ਹੋ ਜਾਂਦਾ ਹੈ। ਤੇ ਹੰਕਾਰੀ ਵੀ ਇਹੋ ਜਿਹਾ ਹੁੰਦਾ ਹੈ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲਕ ਜੋਲਾ, ਫਿਰ ਉਹ ਰੱਬ ਦੀ ਗੱਲ ਵੀ ਨਹੀਂ ਸੁਣ ਕੇ ਰਾਜੀਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਥਿਰ ਰਹਿਣ ਵਾਲੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਜਦੋਂ ਉਹਦੀ ਬੰਦਗੀ ਕਰੇਗਾ, ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਗੁਣ ਤੇਰੇ ਹਿਰਦੇ ਅੰਦਰ ਆਉਂਦੇ ਜਾਣਗੇ। ਉਹ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਆਏਗਾ। ਜਿਸ ਦਿਨ ਪ੍ਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਆ ਗਿਆ ਨਾ, ਉਸ ਦਿਨ ਫਿਰ ਜਿੰਨਾ ਹੰਕਾਰ ਹੈ, ਸਤਿਗੁਰੂ ਕਹਿੰਦੇ ਹੰਕਾਰ ਦੀ ਭਾਵਨਾ, ਜੋ ਹੰਕਾਰ ਹਿਰਦੇ ਵਿੱਚ ਆ, ਮਾਇਆ ਦਾ, ਪਦਾਰਥਾਂ ਦਾ, ਪੁੱਤਰ ਧੀਆਂ ਦਾ, ਆਪਦੇ ਵੜਪਣੇ ਦਾ, ਉਹ ਸਾਰੇ ਦਾ ਸਾਰਾ ਹੰਕਾਰ ਚਲਿਆ ਜਾਂਦਾ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਸ ਘਰ ਦੇ ਵਿੱਚ ਤਾਂ ਹੰਕਾਰੀ ਨੂੰ ਜਗ੍ਹਾ ਹੀ ਨਹੀਂ ਤੇ ਨਾ ਹੰਕਾਰ ਨੂੰ ਜਗ੍ਹਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਦੀ ਨਿਵਰਤੀ ਹੋ ਜਾਂਦੀ ਆ। ਮਾਇਆ ਰੂਪੀ ਹੰਕਾਰ ਦੀ ਨਾ ਨਿਵਰਤੀ ਉਦੋਂ ਹੁੰਦੀ ਹੈ ਜਦੋਂ ਪ੍ਰਮਾਤਮਾ ਦਾ ਨਾਮ ਇਨਸਾਨ ਜਪਦਾ, ਉਹਦੀ ਬੰਦਗੀ ਕਰਦਾ ਹੈ। ਸਹਿਜ ਆਨੰਦ ਅਨਹਦ ਧੁਨ ਬਾਣੀ, ਬਹੁਰ ਨਾ ਭਏ ਬਿਖਾਦ। ਕਹਿੰਦੇ ਵੀ ਨਿਰਹੰਕਾਰ ਹਿਰਦੇ ਦੇ ਵਿੱਚ ਸਹਿਜੇ ਹੀ ਕਹਿੰਦੇ ਸ਼ਾਂਤ ਹੋ ਜਾਂਦਾ ਹੈ। ਸਹਿਜ ਆਨੰਦ, ਅੰਦਰ ਸਹਿਜ ਅਵਸਥਾ ਆ ਜਾਂਦੀ ਹੈ। ਜਦੋਂ ਪ੍ਰਮਾਤਮਾ ਦੀ ਬੰਦਗੀ ਹੋਵੇ ਨਾ ਕੋਲ ਜੀ, ਫਿਰ ਇਨਸਾਨ ਕਹਿੰਦੇ ਸਹਿਜ ਅਵਸਥਾ ਦੇ ਵਿੱਚ ਉਹ ਕਦੇ ਕਾਹਲੀ ਨਹੀਂ ਕਰਦਾਗਾ ਕਿਸੇ ਵੀ ਚੀਜ਼ ਨੂੰ। ਨਹੀਂ ਆ ਜੇ ਇਨਸਾਨ ਦੇ ਵਿੱਚ ਸਹਿਜ ਨਹੀਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦਗੀ ਕਰਨ ਵਾਲੇ ਇਨਸਾਨ ਦੇ ਹਿਰਦੇ ਵਿੱਚ ਸਹਿਜੇ ਹੀ ਕਹਿੰਦੇ ਨਾ ਔਰ ਸ਼ਾਂਤੀ ਕਹਿੰਦੇ ਵੀ ਹੋ ਜਾਣ ਕਰਕੇ ਪ੍ਰਭੂ ਪਰਮਾਤਮਾ ਦੀ ਜਿਹੜੀ ਬਾਣੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੈ, ਉਹ ਇੱਕ ਧੁਨ ਦੇ ਵਿੱਚ ਹੀ ਕਹਿੰਦੇ ਧੁਨ ਅਨਹਦ ਧੁਨ ਬਾੜੀ। ਇੱਕ ਆਹਟ ਹੁੰਦੀ ਹੈ ਜੀ, ਇੱਕ ਅਨਹਦ ਹੁੰਦਾ ਹੈ। ਆਹਟ ਜਿਵੇਂ ਘੋੜੇ ਦੇ ਪੈਰਾਂ ਦਾ ਖੜਾਕ ਹੋ ਗਿਆ, ਪੌੜਾਂ ਦੀ ਆਵਾਜ਼ ਹੁੰਦੀ ਹੈ, ਜਾਂ ਇਨਸਾਨ ਦੇ ਪੈਰਾਂ ਦੇ ਵਿੱਚ ਕੋਈ ਇਹੋ ਜਿਹੀ ਵਸਤੂ ਪਾਈ ਹੋਵੇ, ਜਦੋਂ ਤੁਰਦਾ ਹੁੰਦਾ ਨਾ ਉਹਦਾ ਖੜਕਾ ਹੁੰਦਾ ਜੀ, ਕੰਨਾਂ ਦੇ ਵਿੱਚ ਪੈਂਦਾ, ਉਹਨੂੰ ਆਹਟ ਕਹਿੰਦੇ ਨੇ। ਉਹ ਆਹਟ ਕੁਝ ਹੱਦ ਤੱਕ ਹੁੰਦੀ, ਉਹ ਖਤਮ ਹੋ ਜਾਂਦੀ ਹੈ, ਥੋੜੇ ਸਮੇਂ ਲਈ ਚੱਲਦੀ ਹੈ, ਖਤਮ ਹੋ ਜਾਂਦੀ ਹੈ ਜਦੋਂ ਇਨਸਾਨ ਰੁਕਦਾ। ਇੱਕ ਹੁੰਦਾ ਜੀ ਅਨਹਦ ਨਾਦ। ਅਨਹਦ ਨਾਦ, ਇੱਥੇ ਜਿਹੜਾ ਅਨਹਦ ਸ਼ਬਦ ਹੈ ਨਾ, ਜਿਸ ਸ਼ਬਦ ਦੀ ਕੋਈ ਹੱਦ ਨਹੀਂ, ਜਿਹੜਾ ਸਦੀਵ ਚੱਲੀ ਜਾਂਦਾ ਰਹਿੰਦਾ, ਉਹ ਰੁਕਣ ਵਾਲਾ ਨਹੀਂਗਾ। ਇਹ ਜਿਹੜਾ ਅਨਹਦ ਨਾਦ ਸੀ, ਇੱਕ
ਉਦੋਂ ਕਿਰਪਾ ਵਰਤੀ ਜੀ ਜਿਸ ਦਿਨ ਦੌਲਤਾਂ ਦਾਈ ਨੇ ਇਹ ਅਨਹਦ ਨਾਦ ਇਹ ਉਹਨੇ ਸੁਣਿਆ ਆਪਣੇ ਕੰਨਾਂ ਦੁਆਰਾ। ਤੇ ਜਿਸ ਦਿਨ ਸੁਣਿਆ ਨਾ, ਅਨਹਦ ਧੁਨੀ ਨੂੰ ਸੁਣਿਆ, ਅਨਹਦ ਨਾਦ ਨੂੰ ਸੁਣਿਆ, ਅਨਹਦ ਸ਼ਬਦ ਨੂੰ ਸੁਣਿਆ, ਤੂੰ ਹੀ ਦੀ ਆਵਾਜ਼ ਸੁਣਦੀ ਰਹੀ। ਇੰਨੀ ਕੁ ਵਿਸਮਾਦ ਦੇ ਵਿੱਚ ਚਲੀ ਗਈ ਤੇ ਮੇਰੇ ਸਤਿਗੁਰੂ ਪਾਤਸ਼ਾਹ ਦੀ ਏਡੀ ਕਿਰਪਾ ਵਰਤ ਚੁੱਕੀ ਉਹਨਾਂ ਤੇ। ਪਾਤਸ਼ਾਹ ਕਹਿੰਦੇ ਨੇ ਸਹਿਜ ਆਨੰਦ ਅਨਹਦ ਧੁਨ ਬਾਣੀ। ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਭੂ ਦਾ ਨਾਮ ਬਾਣੀ ਦੀ ਇੱਕ ਰਸ ਧੁਨੀ ਕਹਿੰਦੇ ਵੀ ਉਪਜ ਪੈਂਦੀ ਹੈ, ਕਹਿਣ ਤੋਂ ਭਾਵੇਂ ਹਿਰਦੇ ਅੰਦਰ ਪੈਦਾ ਹੋ ਜਾਂਦੀ ਹੈ। ਇਨਸਾਨ ਭਾਵੇਂ ਕਿਸੇ ਨਾਲ ਗੱਲਾਂ ਵੀ ਕਰਦਾ ਹੋਵੇ, ਉਹਨੇ ਨਿਰੰਤਰ ਸਦੀਵ ਅੰਦਰੋਂ ਚੱਲਦੀ ਰਹਿੰਦੀ ਹੈ ਜੀ। ਇਹ ਰੱਬ ਦੇ ਪਿਆਰਿਆਂ ਦੇ ਗੁਰਮੁਖ ਜਨਾਂ ਦੇ ਚੱਲਦੀ ਹੈ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਜਿਨ੍ਹਾਂ ਨੇ ਸਵਾਸ ਆਰਾਧੇ ਆ, ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜਿਨ੍ਹਾਂ ਦੇ ਅੰਦਰ ਅਨਹਦ ਧੁਨ ਉਹ ਜਿਨ੍ਹਾਂ ਦੇ ਅੰਦਰ ਚੱਲਦੀ ਹੈ ਜੀ। ਦੇਖੋ ਜਦੋਂ ਉਹਨਾਂ ਦੀ ਤੁਸੀਂ ਅੱਜ ਤਸਵੀਰ ਵੀ ਆਪਾਂ ਫੋਟੋ ਵੀ ਦੇਖਦੇ ਆ ਨਾ, ਤੇ ਉਹਨਾਂ ਦੇ ਚਿਹਰੇ ਵੱਲ ਝਾਕ ਨਹੀਂ ਹੁੰਦਾਗਾ, ਨੇਤਰ ਡਿੰਬੇ ਹੋ ਜਾਂਦੇ ਨੇ, ਕਿਉਂਕਿ ਇਹ ਬਾਣੀ ਦਾ ਪਰਮਾਤਮਾ ਦੇ ਨਾਮ ਦਾ ਪ੍ਰਭਾਵ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਨਾ। ਸਤਿਗੁਰੂ ਕਹਿੰਦੇ ਬਹੁਰ ਨਾ ਭਏ ਬਿਖਾਦ, ਕਹਿੰਦੇ ਜਿਸ ਕਰਕੇ ਫਿਰ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਨਾ ਬਿਖਾਦ ਅੰਦਰ ਕਹਿੰਦੇ ਵੀ ਵੇਖੋ ਉਹ ਜ਼ਹਿਰ ਪੈਦਾ ਨਹੀਂ ਹੁੰਦੀਗੀ, ਪਦਾਰਥਾਂ ਦਾ ਜਾਂ ਮਾਇਆ ਦਾ ਜਾਂ ਹੰਕਾਰ ਇਹ ਪੈਦਾ ਨਹੀਂ ਹੁੰਦਾ। ਜਦੋਂ ਅੰਦਰ ਅਨਹਦ ਧੁਨ ਕਹਿੰਦੇ ਵੀ ਹਿਰਦੇ ਵਿੱਚੋਂ ਪੈਦਾ ਹੋ ਜਾਂਦੀ ਹੈ, ਉਹ ਪੈਦਾ ਹੋਏਗੀ ਜੀ ਸਤ ਸੰਗਤ ਦੇ ਵਿੱਚ ਪ੍ਰਭੂ ਦਾ ਨਾਮ ਜਪਣ ਦੇ ਨਾਲ, ਉਹਦੀ ਬੰਦਗੀ ਕਰਨ ਦੇ ਨਾਲ ਕਹਿੰਦੇ ਪੈਦਾ ਹੁੰਦੀ ਹੈ। ਸਨਕਾਦਕ ਬ੍ਰਹਮਾਦਕ ਗਾਵਤ ਸੁਖ ਪ੍ਰਹਿਲਾਦ। ਇੱਥੇ ਹੁਣ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨਾ ਉਸ ਪ੍ਰਭੂ ਦੇ ਗੁਣਾਂ ਨੂੰ ਕਹਿੰਦੇ ਵੀ ਬ੍ਰਹਮੇ ਨੇ ਆਪ ਵੀ ਗਾਇਆ। ਤੇ ਮੈਂ ਇੱਕ ਬੇਨਤੀ ਕਰਾਂ, ਇੱਥੇ ਕੋਈ ਇੱਕ ਬ੍ਰਹਮੇ ਦੀ ਗੱਲ ਨਹੀਂ ਕੀਤੀ ਗਈ, ਕੋਈ ਇੱਥੇ ਇੱਕ ਬ੍ਰਹਮਾ ਨਹੀਂ, ਕਿਉਂਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇਸ ਬ੍ਰਹਮੇ ਵਰਗੇ ਤਾਂ ਉਹ ਕਰੋੜਾਂ ਹੀ ਬ੍ਰਹਮੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਦੇ ਵਿੱਚ ਇਹੋ ਜਿਹੇ ਕਰਮ ਕਰਦੇ ਫਿਰਦੇ। ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਆਪਾਂ ਜਦੋਂ ਪੜ੍ਹਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀਤੇ ਰਵ ਸਸ ਕਰੋੜ। ਜਿਹੜੇ ਉਹ ਸਤਿਗੁਰੂ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਬ੍ਰਹਮੇ ਵਰਗੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਰਹੇ ਨੇ, ਉਹਨੂੰ ਜਪ ਰਹੇ ਆ ਸਦੀਵ। ਦੇਵਤੇ ਜਨ ਗਾਉਂਦੇ ਨੇ, ਸਨਕ ਸਨੰਦਨ ਇਹ ਬ੍ਰਹਮੇ ਦੇ ਜਿਹੜੇ ਚਾਰ ਪੁੱਤਰ ਨੇ ਇਹ ਗਾ ਰਹੇ ਹੈ। ਤੇ ਭਗਤ ਪ੍ਰਹਿਲਾਦ ਉਹ ਵੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਗਾਉਂਦੇ ਹੈ। ਭਗਤ ਪ੍ਰਹਿਲਾਦ ਨੇ ਵਾਰ-ਵਾਰ ਪ੍ਰਮਾਤਮਾ ਨੂੰ ਜਪਿਆ ਜੀ। ਤੇ ਦੇਖੋ ਜਿਨ੍ਹਾਂ ਨੇ ਜਪਿਆ ਨਾ, ਪੁੱਤਰ ਦੇ ਲਈ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਭਗਤ ਵਰਤਿਆ। ਤੇ ਜਿਹੜਾ ਪਿਤਾ ਸੀ ਜੀ ਹਰਨਾਕਸ਼, ਹੁਣ ਹਰਨਾਕਸ਼ ਦੀ ਕੋਈ ਬੰਦਗੀ ਦੀ ਕਮੀ ਨਹੀਂ ਸੀ। ਕਈ ਵਾਰ ਇਨਸਾਨ ਤਾਕਤ ਪਾ ਕੇ ਨਾ ਕਰਮ ਉਹੋ ਜਿਹੇ ਕਰਨ ਲੱਗ ਪੈਂਦਾ ਜਿਹੜੇ ਪ੍ਰਮਾਤਮਾ ਨੂੰ ਭਾਉਂਦੇ ਨਹੀਂਗੇ, ਰੱਬ ਦੀ ਰਜ਼ਾ ਤੋਂ ਉਲਟ ਚੱਲਣਾ। ਪੁੱਤਰ ਦੇ ਲਈ ਸ਼ਬਦ ਭਗਤ ਵਰਤਿਆ ਤੇ ਪਿਤਾ ਦੇ ਲਈ ਸ਼ਬਦ ਵਰਤਿਆ ਪ੍ਰਮਾਤਮਾ ਨੇ ਦੁਸ਼ਟ, ਕਿਉਂਕਿ ਉਹਨੇ ਬੰਦਗੀ ਕਰਕੇ ਨਾ ਪਾਰ ਬ੍ਰਹਮ ਪਰਮੇਸ਼ਰ ਦਾ ਸ਼ਰੀਕ ਬਣਨ ਦੀ ਗੱਲ ਕੀਤੀ ਹੈ। ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੁਣ ਭਗਤ ਪ੍ਰਹਿਲਾਦ ਵਰਗੇ ਤਰੇ ਕਿਵੇਂ ਜੀ? ਉਹਨਾਂ ਨੇ ਬੰਦਗੀ ਕੀਤੀ ਆ, ਪ੍ਰਮਾਤਮਾ ਦੀ ਬੰਦਗੀ ਕੀਤੀ। 5-5 ਸਾਲ ਦੀ ਉਮਰ ਦੇ ਵਿੱਚ ਪ੍ਰਮਾਤਮਾ ਨੂੰ ਆਰਾਧਿਆ। ਤੇ ਕਬੀਰ ਸਾਹਿਬ ਜੀ ਕਹਿੰਦੇ ਜੇ ਬੰਦਗੀ ਕਰਨੀ ਹੈ ਨਾ, ਕਹਿੰਦੇ ਵੀ ਪ੍ਰਮਾਤਮਾ ਦਾ ਸਿਮਰਨ ਇਸ ਤਰ੍ਹਾਂ ਕਰ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਪ੍ਰਹਿਲਾਦ ਵੀ ਪ੍ਰਮਾਤਮਾ ਨੂੰ ਗਾਉਂਦੇ ਆ, ਬੰਦਗੀ ਕਰਦੇ ਨੇ, ਉਹਦੀ ਸਿਮਰਨ ਕਰਦੇ ਆ। ਵਾਰ-ਵਾਰ ਪਰਮੇਸ਼ਰ ਨੂੰ ਉਹ
ਕਿੰਨਾ ਸਮਾਂ ਉਹਨਾਂ ਨੇ ਦੇਖੋ ਜੀ ਤਪ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਅੱਜ ਵੀ ਉਹ ਬੰਦਗੀ ਕਰ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਕਥਨ ਕਰਦੇ ਆ, ਸਰਵਣ ਕਰੀਏ ਜੀ। ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਕਹਿੰਦੇ ਜਿਹੜਾ ਜਿਹੜਾ ਵੀ ਕਹਿੰਦੇ ਉਸ ਸੁੰਦਰ ਪ੍ਰਭੂ ਪਰਮੇਸ਼ਰ ਦਾ ਨਾਮ ਕਹਿੰਦੇ ਉਚਾਰਨ ਕਰਦਾ ਹੈ ਨਾ, ਅੰਮ੍ਰਿਤ ਰਸ ਪ੍ਰਮਾਤਮਾ ਦੇ ਨਾਮ ਨੂੰ ਪੀਂਦਾ ਹੈ, ਉਹਨੂੰ ਜਪ ਜਪ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾ ਬਿਸਮਾਦ ਰੂਪ ਹੋ ਜਾਂਦਾ ਹੈ। ਕਹਿਣ ਤੋਂ ਭਾਵ ਉਸ ਰਮੇ ਹੋਏ ਪ੍ਰਮਾਤਮਾ ਦੇ ਵਿੱਚ ਉਹ ਅਭੇਦ ਹੋ ਜਾਂਦਾ ਜੀ, ਉਹਦਾ ਹੀ ਰੂਪ ਬਣ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਆ, ਸਤਿਗੁਰੂ ਕਹਿੰਦੇ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹ, ਜਿਨ੍ਹਾਂ ਨੂੰ ਕਹਿੰਦੇ ਤੇਰਾ ਨਾਮ ਨਹੀਂ ਵਿਸਰਦਾ, ਤੇਰੀ ਬੰਦਗੀ ਨਹੀਂ ਵਿਸਰਦੀ, ਪ੍ਰਮਾਤਮਾ ਉਹ ਕਿਹੋ ਜਿਹੇ ਨੇ, ਭੇਦ ਨਾ ਜਾਣੋ ਮੂਲ ਸਾਈਂ ਜਿਹੇ, ਕਹਿੰਦੇ ਉਹ ਰੱਬ ਵਰਗੀ ਹੋ ਗਏ ਉਹਨੂੰ ਜਪ ਜਪ ਕੇ। ਤੇ ਕਬੀਰ ਸਾਹਿਬ ਜੀ ਤਾਂ ਹੀ ਕਹਿੰਦੇ ਆ ਨਾ, ਕਬੀਰ ਤੂੰ ਕਰਦਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ, ਤਤ ਤੂੰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੇ ਅੰਦਰ ਨਾ ਕਹਿੰਦੇ ਵੀ ਇਹੋ ਜੀ ਦ੍ਰਿਸ਼ਟੀ ਆ ਜਾਂਦੀ ਹੈ ਉਹਦੇ ਨੇਤਰਾਂ ਦੇ ਵਿੱਚ, ਉਹ ਜਿੱਥੇ ਵੀ ਦੇਖਦਾ ਪਰਮਾਤਮਾ ਨੂੰ ਦੇਖਦਾ ਹੈ। ਕਿਉਂਕਿ ਸ਼ਬਦ ਦੀ ਆਰੰਭਤਾ ਇੱਥੋਂ ਹੋਈ ਸੀ। ਮਹਾਰਾਜ ਕਹਿੰਦੇ ਰਮਣ ਕਹੋ ਰਾਮ ਕੇ ਗੁਣ ਬਾਦ, ਕਹਿੰਦੇ ਜਿਹੜਾ ਪਰਮਾਤਮਾ ਰਮਿਆ ਹੋਇਆ ਪਰਮੇਸ਼ਰ ਹੈ ਨਾ, ਉਹਦੇ ਗੁਣਾਂ ਨੂੰ ਉਹਦੀ ਬੰਦਗੀ ਕਰੋ, ਉਹਦਾ ਸਿਮਰਨ ਕਰ। ਜਿਉਂ-ਜਿਉਂ ਕਹਿੰਦੇ ਉਹਦੀ ਬੰਦਗੀ ਕਰੇਗਾ, ਉਹਦਾ ਸਿਮਰਨ ਕਰੇਗਾ, ਤੇਰੇ ਹਿਰਦੇ ਵਿੱਚੋਂ ਪਦਾਰਥਾਂ ਦਾ, ਮਾਇਆ ਦਾ, ਤਰ੍ਹਾਂ ਤਰ੍ਹਾਂ ਵਿਸ਼ੇ ਵਿਕਾਰਾਂ ਦਾ ਜਿਹੜਾ ਆ ਮਾਇਆ ਰੂਪੀ ਮੋਹ ਦਾ ਕਹਿੰਦੇ ਹੰਕਾਰ ਹੈ ਨਾ, ਇਹ ਦੂਰ ਹੋ ਜਾਏਗਾ। ਤੇ ਜਿਸ ਦਿਨ ਪ੍ਰਮਾਤਮਾ ਦਾ ਨਾਮ ਅੰਦਰ ਆ ਗਿਆ, ਹਿਰਦੇ ਵਿੱਚ ਆ ਗਿਆ ਨਾ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮੈਂ ਪਹਿਲੇ ਦਿਨ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਬਦ ਦੀ ਆਰੰਭਤਾ ਕੀਤੀ ਸੀ। ਸਾਹਿਬ ਜੀ ਕਹਿੰਦੇ ਨੇ, ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ, ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਕਹਿੰਦੇ ਹਿਰਦੇ ਵਿੱਚ ਫਿਰ ਸਹਿਜ ਅਵਸਥਾ ਆ ਜਾਂਦੀ ਹੈ, ਬਿਸਮਾਦ ਦੇ ਵਿੱਚ ਚਲੇ ਆ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ, ਤੇ ਫਿਰ ਉਹ ਜਪਣ ਵਾਲੇ ਜਗਿਆਸੂ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਨਹੀਂ ਰਹਿ ਜਾਂਦਾ। ਫਿਰ ਇੱਕ ਉਹਦੇ ਤੇ ਅਵਸਥਾ ਆਉਂਦੀ ਹੈ ਜੀ, ਜਿਹਨੂੰ ਨਾਮ ਦਿੱਤਾ ਜਾਂਦਾ, ਜਿਹਨੂੰ ਕਹਿੰਦੇ ਨੇ ਸੰਤ। ਸੰਤ ਦਾ ਅਰਥ ਹੁੰਦਾ ਸਹਿਜ ਅਵਸਥਾ ਦੇ ਵਿੱਚ ਰਹਿਣ ਵਾਲਾ, ਸਮ ਰਹਿਣ ਵਾਲਾ, ਦੁੱਖ ਤੇ ਸੁੱਖ ਨੂੰ ਬਰਾਬਰ ਸਮਝਣ ਵਾਲਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਸਾਰੀ ਕਿਰਪਾ ਉਦੋਂ ਵਰਤਦੀ ਹੈ ਜੀ ਜਦੋਂ ਗੁਰੂ ਚਰਨਾਂ ਦੇ ਵਿੱਚ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਹੈ, ਉਹਨੂੰ ਸਿਮਰਿਆ ਜਾਂਦਾ। ਸਤਿਗੁਰੂ ਕਿਰਪਾ ਕਰਨ ਆਓ। ਸਮੇਂ ਨੇ ਆਪਣਾ ਪੰਧ ਮੁਕਾ ਲਿਆ। ਗੁਰਬਾਣੀ ਅਗਾਧ ਬੋਧ ਹੈ ਜੀ, ਔਰ ਬੁੱਧੀ ਦਾ ਦਾਇਰਾ ਛੋਟਾ ਹੈ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਰਹਿਮਤ ਵਰਤਾਈ, ਗੁਰੂ ਚਰਨਾਂ ਦੇ ਵਿੱਚ ਬੈਠ ਆਪਾਂ ਗੁਰਬਾਣੀ ਸ਼ਬਦ ਦੀ ਸਾਂਝ ਪਾਈ ਹੈ। ਅਰਦਾਸ ਕਰਿਓ ਗੁਰੂ ਚਰਨਾਂ ਦੇ ਵਿੱਚ, ਸਤਿਗੁਰੂ ਜੀ ਜੋ ਆਪ ਜੀ ਦੇ ਬੋਲ ਸਾਂਝੇ ਕੀਤੇ ਨੇ, ਇਹਨਾਂ ਨੂੰ ਅਸੀਂ ਆਪ ਵੀ ਕਮਾ ਸਕੀਏ। ਸਤਿਗੁਰੂ ਰਹਿਮਤ ਕਰਨ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸ਼ਹੀਦ ਸਿੰਘ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਮੇਰੀਆਂ ਭੁੱਲਾਂ ਗਲਤੀਆਂ ਜਾਨਾਂ ਚਤਾਰਨੀਆਂ ਇੱਥੇ ਹੀ ਛੱਡ ਦਿਓ। ਰੱਬੀ ਗੁਰਬਾਣੀ ਨੂੰ, ਗੁਰਮਤਿ ਦੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਸਤਿਗੁਰੂ ਜੀ ਸਾਡੀ ਤੁਹਾਡੀ ਹਾਜ਼ਰੀ ਆਪਣੇ ਚਰਨਾਂ ਅੰਦਰ ਪ੍ਰਵਾਨ ਕਰਨ। ਅਰਦਾਸ ਕਰਿਓ ਸਤਿਗੁਰੂ ਇਸੇ ਤਰ੍ਹਾਂ ਆਪਦੇ ਦਰ ਦੀ ਕਥਾ ਕੀਰਤਨ, ਗੁਰਮਤਿ ਗੁਰੂ ਸੇਵਾ, ਪੰਥ ਦੀ ਸੇਵਾ ਸਤਿਗੁਰੂ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣ। ਆਓ ਜੀ ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਉਪਰੰਤ ਆਨੰਦ ਸਾਹਿਬ ਜੀ ਦਾ ਜਾਪ, ਅਰਦਾਸ ਬੇਨਤੀ, ਹੁਕਮਨਾਮਾ ਸਾਹਿਬ, ਕੜਾ ਪ੍ਰਸਾਦੀ ਦੇਗ ਵਰਤੇਗੀ। ਗੁਰੂ ਚਰਨਾਂ ਦੀਆਂ ਸਾਰੀ ਸੰਗਤ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦੇਹੋ ਸਜਣ ਆਸੀਸੜੀਆਂ ਜਾਂ ਹੋਵੇ ਸਾਹਿਬ ਸਿਉ ਮੇਲ। ਕਾਦਕ ਬ੍ਰਹਮਾਦਕ ਗਾਵਤ, ਗਾਵਤ ਸੁਖ ਪ੍ਰਹਿਲਾਦ।
ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।